दोस्तों, मैं सुखविंदर कंदोला। ਅੱਜ ਅਸੀਂ ਮਾਰਕਸਵਾਦ ਦੀ ਜਾਣ ਪਛਾਣ ਦਾ 5ਵਾਂ ਭਾਗ ਪੇਸ਼ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲੇ ਭਾਗ ਵਿੱਚ ਅਸੀਂ ਮਨੁੱਖੀ ਸਮਾਜ ਵਿੱਚ ਆਈਆਂ ਤਬਦੀਲੀਆਂ ਬਾਰੇ ਵਿਚਾਰ ਸਾਂਝੇ ਕੀਤੇ ਸਨ। ਇਸ ਭਾਗ ਵਿੱਚ ਅੱਜ ਅਸੀਂ ਸਰਮਾਏਦਾਰੀ ਸਮਾਜਿਕ ਪ੍ਰਬੰਧ 'ਚ ਚੀਜ਼ਾਂ ਦੀ ਪੈਦਾਵਾਰ ਦੇ ਢੰਗ ਤਰੀਕੇ ਅਤੇ ਉਸ ਨਾਲ ਬਾਜ਼ਾਰੂ ਕੀਮਤਾਂ ਦੇ ਉਤਰਾਅ ਚੜ੍ਹਾਅ ਬਾਰੇ ਗੱਲਬਾਤ ਕਰਾਂਗੇ। ਔਰ ਦੂਸਰਾ ਇਸ ਦਾ ਪਹਿਲੂ ਹੋਵੇਗਾ ਕਿ ਮਜ਼ਦੂਰਾਂ ਦੀਆਂ ਤਨਖਾਹਾਂ ਉੱਪਰ ਜੋ ਉਤਰਾਅ ਚੜ੍ਹਾਅ ਆਉਂਦਾ ਹੈ ਉਹ ਕਿਸ ਤਰ੍ਹਾਂ ਆਉਂਦਾ ਹੈ। ਮਾਰਕਸ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੂੰਜੀਵਾਦ ਜਾਂ ਸਰਮਾਏਦਾਰੀ ਸਿਧਾਂਤ ਦੇ ਅਧਿਐਨ ਨੂੰ ਸਮਰਪਿਤ ਕੀਤਾ। ਉਹ ਪੈਦਾਵਾਰ ਨੂੰ ਅਜਿਹੇ ਢੰਗ ਦੇ ਤੌਰ 'ਤੇ ਵੇਖਦਾ ਹੈ ਅਤੇ ਸਮਝਦਾ ਹੈ ਜਿਸ ਵਿੱਚ ਮਸ਼ੀਨ ਦੀ ਵਰਤੋਂ ਨਾਲ ਪੈਦਾਵਾਰ ਦੇ ਢੰਗਾਂ 'ਚ ਇਤਿਹਾਸਕ ਤਬਦੀਲੀ ਆਈ, ਜਿਹੜੀ ਕਿ ਪਹਿਲਾਂ ਆਈਆਂ ਤਬਦੀਲੀਆਂ ਨਾਲੋਂ ਇੱਕ ਵੱਖਰੀ ਤਬਦੀਲੀ ਸੀ। ਇਸ ਇਤਿਹਾਸਕ ਤਬਦੀਲੀ ਨੇ ਨਵੇਂ ਸਰਮਾਏਦਾਰੀ ਪ੍ਰਬੰਧ ਦੇ ਰੂਪ 'ਚ ਵਿਕਾਸ ਕਰਦੀ ਹੋਈ ਨੇ ਇੰਗਲੈਂਡ 'ਚ ਉਸ ਸਮੇਂ ਰਜਵਾੜਾਸ਼ਾਹੀ ਨੂੰ ਹਾਰ ਦਿੱਤੀ ਸੀ। ਪਹਿਲਾਂ ਅਸੀਂ ਸਮਾਜ ਵਿੱਚ ਪੈਦਾਵਾਰ ਦੇ ਪੁਰਾਣੇ ਅਤੇ ਨਵੇਂ ਢੰਗਾਂ ਦੀ ਤਕਰੀਬਨ ਚਰਚਾ ਕਰ ਚੁੱਕੇ ਹਾਂ। ਮੈਨੂੰ ਲੱਗਦਾ ਕਿ ਇੱਥੇ ਇਸ ਨੂੰ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ ਹੈ। ਮਾਰਕਸ ਦੇ ਇਸ ਅਧਿਐਨ ਦਾ ਮਕਸਦ ਸਰਮਾਏਦਾਰੀ ਦੇ ਗਤੀ ਨਿਯਮ ਨੂੰ ਖੋਜਣਾ ਸੀ। ਇਸ ਖੋਜ ਦੇ ਜ਼ਰੀਏ ਉਹ ਇਹ ਸਮਝਣਾ ਚਾਹੁੰਦਾ ਸੀ ਕਿ ਪੂੰਜੀਵਾਦ ਦਾ ਜਨਮ ਜਗੀਰੂ ਪ੍ਰਬੰਧ ਦੀ ਕੁੱਖ 'ਚੋਂ ਹੋਇਆ। ਸਰਮਾਏਦਾਰੀ ਪ੍ਰਬੰਧ ਹੌਲੀ ਹੌਲੀ ਪੈਦਾ ਹੋ ਰਿਹਾ ਅਤੇ ਫੈਲ ਰਿਹਾ ਸੀ। 18ਵੀਂ ਸਦੀ ਦੇ ਅੰਤਲੇ ਹਿੱਸੇ 'ਚ ਜਦੋਂ ਬਰਤਾਨੀਆ ਵਿੱਚ ਉਦਯੋਗਿਕ ਕ੍ਰਾਂਤੀ ਆਈ ਤਾਂ ਉਸ ਸਮੇਂ ਜੋ ਸਰਮਾਏਦਾਰੀ ਦਾ ਰੂਪ ਸੀ ਮਾਰਕਸ ਦੇ ਦਿਨਾਂ ਵਿੱਚ ਉਹ ਨਹੀਂ ਰਿਹਾ ਸੀ, ਕਿਉਂਕਿ ਉਸ ਵਿੱਚ ਕਾਫੀ ਤਬਦੀਲੀਆਂ ਆ ਚੁੱਕੀਆਂ ਸਨ। ਪੈਦਾਵਾਰ ਦੇ ਸਰਮਾਏਦਾਰੀ ਤਰੀਕੇ ਦੀ ਸਿਰਫ ਵਿਆਖਿਆ ਕਰਨੀ ਹੀ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਬਿਲਕੁਲ ਬਹੁਤ ਹੀ ਆਸਾਨ ਸੀ। ਪਰ ਅਹਿਮ ਗੱਲ ਇਸ ਨੁਕਤੇ ਦੀ ਪਰਖ ਪੜਚੋਲ ਕਰਨਾ ਸੀ ਕਿ ਉਹਨਾਂ ਦਿਨਾਂ 'ਚ ਸਰਮਾਏਦਾਰੀ ਦੇ ਢੰਗ ਤਰੀਕਿਆਂ 'ਚ ਤਬਦੀਲੀਆਂ ਕਿਉਂ ਅਤੇ ਕਿਸ ਦਿਸ਼ਾ ਵੱਲ ਵਾਪਰ ਰਹੀਆਂ ਸਨ। ਇਸ ਵਰਤਾਰੇ ਬਾਰੇ ਪੈਦਾ ਹੋਏ ਸਵਾਲਾਂ ਨੂੰ ਲੈ ਕੇ ਮਾਰਕਸ ਦੀ ਇਹ ਪਹੁੰਚ ਨਿਵੇਕਲੀ ਅਤੇ ਨਵੀਂ ਸੀ। ਉਸ ਸਮੇਂ ਦੇ ਹੋਰ ਲੇਖਕਾਂ ਜਾਂ ਅਰਥ ਸ਼ਾਸਤਰੀਆਂ ਨੇ ਆਰਥਿਕ ਮਸਲਿਆਂ ਬਾਰੇ ਅਤੇ ਪੂੰਜੀਵਾਦ ਦੇ ਓਪਰੇ ਸਰੂਪ ਬਾਰੇ ਲਿਖਿਆ ਅਤੇ ਸਰਮਾਏਦਾਰੀ ਨੂੰ ਸਥਿਰ ਵਰਤਾਰੇ ਵਜੋਂ ਪੇਸ਼ ਕੀਤਾ। ਉਹਨਾਂ ਨੂੰ ਲੱਗਦਾ ਸੀ ਕਿ ਪੂੰਜੀਵਾਦ ਸਰਮਾਏਦਾਰੀ ਜੋ ਵਰਤਾਰਾ ਹੈ ਇਹ ਅੱਗੇ ਜਾ ਕੇ ਤਬਦੀਲ ਨਹੀਂ ਹੋਵੇਗਾ। ਪਰ ਮਾਰਕਸ ਲਈ ਪੈਦਾਵਾਰ ਦਾ ਇਹ ਢੰਗ ਇਤਿਹਾਸ ਦੇ ਹੋਰ ਪਹਿਲੂਆਂ ਵਾਂਗ ਤਬਦੀਲੀ ਦਾ ਧਾਰਨੀ ਸੀ। ਇਸ ਲਈ ਮਾਰਕਸ ਦੇ ਇਸ ਅਧਿਐਨ ਦਾ ਨਿਚੋੜ ਕੇਵਲ ਵਿਆਖਿਆ ਨਹੀਂ, ਵਿਗਿਆਨਕ ਭਵਿੱਖਬਾਣੀ ਸੀ, ਕਿਉਂਕਿ ਉਹ ਸਰਮਾਏਦਾਰੀ ਪ੍ਰਬੰਧ ਦੇ ਅਸਲੀ ਵਿਕਾਸ ਦੇ ਰਸਤਿਆਂ ਨੂੰ ਗਹਿਰਾਈ 'ਚ ਦੇਖਣ ਦੇ ਸਮਰੱਥ ਸੀ, ਜਿਹੜੇ ਕਿ ਉਸ ਵੇਲੇ ਦੇ ਹੋਰ ਅਰਥ ਸ਼ਾਸਤਰੀ ਇਸ ਨੂੰ ਇਹ ਰਸਤਾ ਦੇਖਣ ਵਿੱਚ ਉਹ ਸਮਰੱਥ ਨਹੀਂ ਸਨ। ਪਦਾਰਥਾਂ ਜਾਂ ਵਸਤੂਆਂ ਦੀ ਪੈਦਾਵਾਰ ਦੇ ਸਰਮਾਏਦਾਰੀ ਢੰਗ ਤਰੀਕਿਆਂ ਨੇ ਮੁਨਾਫਿਆਂ ਖਾਤਰ ਪੈਦਾਵਾਰ ਨੂੰ ਸਸਤਾ ਵਿਖਾਇਆ। ਇਹ ਸਰਮਾਏਦਾਰੀ ਦੇ ਪੈਦਾਵਾਰੀ ਤਰੀਕਿਆਂ ਤੋਂ ਨਾ ਜੁਦਾ ਹੋਣ ਵਾਲਾ ਮਹੱਤਵਪੂਰਨ ਪਹਿਲੂ ਹੈ। ਸਰਮਾਏਦਾਰੀ ਵਰਗ ਦੇ ਮੁਨਾਫੇ ਖਾਤਰ
ਪਦਾਰਥਾਂ ਅਤੇ ਵਸਤਾਂ ਦੀ ਪੈਦਾਵਾਰ ਲਈ ਦੋ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰੀ ਸਨ, ਜਾਣੀ ਕਿ ਦੋ ਤਰ੍ਹਾਂ ਦੇ ਵਰਗ ਸ਼੍ਰੇਣੀਆਂ ਦਾ ਸਮਾਜ ਵਿੱਚ ਹੋਣਾ ਜ਼ਰੂਰੀ ਸੀ। ਇੱਕ ਸਰਮਾਏਦਾਰ ਭਰਪੂਰ ਵਸੀਲਿਆਂ ਵਾਲਾ ਵਰਗ ਜੋ ਪੈਦਾਵਾਰ ਦੇ ਸਾਧਨ ਜਿਵੇਂ ਕੱਪੜਾ, ਬੁਣਨ ਵਾਲੀਆਂ ਮਸ਼ੀਨਾਂ ਤੇ ਹੋਰ ਲੋੜੀਂਦਾ ਸਾਜੋ ਸਮਾਨ ਆਦਿ ਖਰੀਦਣ ਦੇ ਸਮਰੱਥ ਸੀ। ਦੂਸਰੇ ਵਿਚਾਰੇ ਉਹ ਲੋਕ ਸਨ ਜਿਨ੍ਹਾਂ ਕੋਲ ਆਪਣੇ ਆਪ ਲਈ ਪੈਦਾਵਾਰ ਕਰਨ ਦੇ ਸਾਧਨ ਨਹੀਂ ਸਨ ਤੇ ਨਾ ਹੀ ਉਹਨਾਂ ਦੇ ਕੋਲ ਸਰਮਾਇਆ ਸੀ ਜਿਸ ਨਾਲ ਉਹ ਸਾਧਨ ਖਰੀਦ ਸਕਦੇ। ਦੂਸਰੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਕੋਲ ਪੈਦਾਵਾਰ ਕਰਨ ਲਈ ਕਾਰਖਾਨਿਆਂ ਵਰਗੇ ਸਾਧਨ ਤੇ ਮਾਲਕੀ ਨਹੀਂ ਸੀ। ਉਹ ਕਾਮਾ ਵਰਗ ਸੀ ਜਿਨ੍ਹਾਂ ਕੋਲ ਜੀਵਨ ਨਿਰਵਾਹ ਕਰਨ ਲਈ ਸਰਮਾਏਦਾਰਾਂ ਲਈ ਕੰਮ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਕਾਮੇ ਵਸਤਾਂ ਦੀ ਪੈਦਾਵਾਰ ਨਾ ਤਾਂ ਆਪਣੇ ਲਈ ਅਤੇ ਨਾ ਹੀ ਸਰਮਾਏਦਾਰਾਂ ਦੇ ਨਿੱਜੀ ਵਰਤੋਂ ਲਈ ਕਰਦੇ ਸਨ। ਉਹ ਸਰਮਾਏਦਾਰਾਂ ਦੇ ਪੈਸੇ ਖਾਤਰ ਤੇ ਮੁਨਾਫੇ ਲਈ ਉਤਪਾਦਨ ਨੂੰ ਵੇਚਣ ਲਈ ਕਾਰਖਾਨਿਆਂ ਵਿੱਚ ਕੰਮ ਕਰਦੇ ਸਨ। ਇਸ ਢੰਗ ਨਾਲ ਹੋਈ ਵਸਤਾਂ ਦੀ ਚੀਜ਼ਾਂ ਦੀ ਪੈਦਾਵਾਰ ਨੂੰ ਪਦਾਰਥ ਜਾਂ ਉਤਪਾਦ ਕਿਹਾ ਜਾਂਦਾ ਸੀ। ਇਹਨਾਂ ਵਸਤਾਂ ਜਾਂ ਉਤਪਾਦਾਂ ਨੂੰ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ। ਕਾਰਖਾਨਿਆਂ 'ਚ ਕਾਮੇ ਵਸਤਾਂ ਦੀ ਪੈਦਾਵਾਰ ਕਰਦੇ, ਇਸ ਜ਼ਰੀਏ ਮਜ਼ਦੂਰ ਤਨਖਾਹਾਂ ਵਸੂਲਦੇ ਤੇ ਮਾਲਕਾਂ ਨੂੰ ਮੁਨਾਫਾ ਮਿਲਦਾ। ਵਸਤਾਂ ਦੀ ਖਰੀਦ ਕਰਨ ਵਾਲਿਆਂ ਵੱਲੋਂ ਅਦਾ ਕੀਤੀ ਕੀਮਤ ਵਿੱਚੋਂ ਸਰਮਾਏਦਾਰ ਵੱਲੋਂ ਤਨਖਾਹਾਂ, ਕੱਚੇ ਮਾਲ ਤੇ ਪੈਦਾਵਾਰ ਦੀ ਲਾਗਤ ਨੂੰ ਕੱਢ ਕੇ ਬਾਕੀ ਬਚਦੀ ਰਕਮ ਮੁਨਾਫਾ ਹੁੰਦੀ। ਸਾਡੇ ਵਾਸਤੇ ਦੋਸਤੋ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਮੁਨਾਫੇ ਦਾ ਅਸਲ 'ਚ ਵਸੀਲਾ ਕੀ ਸੀ ਸਰਮਾਏਦਾਰਾਂ ਵਾਸਤੇ। ਮਾਰਕਸ ਦਾ ਮੰਨਣਾ ਹੈ ਕਿ ਇਹ ਮੁਨਾਫਾ ਪੂੰਜੀਪਤੀਆਂ ਵੱਲੋਂ ਵਸਤਾਂ ਨੂੰ ਮਹਿੰਗੀਆਂ ਜਾਂ ਵਧੀਆ ਕੀਮਤਾਂ 'ਤੇ ਵੇਚ ਕੇ ਨਹੀਂ ਮਿਲਦਾ ਸੀ। ਜੇਕਰ ਅਜਿਹਾ ਹੋਵੇ ਤਾਂ ਇਸ ਦਾ ਇਹ ਮਤਲਬ ਨਿਕਲਦਾ ਹੈ ਕਿ ਸਰਮਾਏਦਾਰ ਇੱਕ ਦੂਜੇ ਨੂੰ ਧੋਖਾ ਦੇ ਰਹੇ ਹਨ, ਜਿਸ ਨਾਲ ਕਿਸੇ ਨੂੰ ਫਾਇਦਾ ਹੁੰਦਾ ਹੈ ਔਰ ਕਿਸੇ ਨੂੰ ਨੁਕਸਾਨ। ਸਰਮਾਏਦਾਰ ਇੱਕ ਦੂਜੇ ਨੂੰ ਇਸ ਤਰ੍ਹਾਂ ਧੋਖਾ ਦੇ ਕੇ ਤੇ ਨਫੇ ਨੁਕਸਾਨ ਦੇ ਆਧਾਰ ਤੇ ਇੱਕ ਦੂਸਰੇ ਨੂੰ ਰੱਦ ਕਰਦੇ ਹਨ, ਜਦ ਕਿ ਇਸ ਤਰ੍ਹਾਂ ਵਾਸਤਵ ਵਿੱਚ ਨਹੀਂ ਹੋ ਸਕਦਾ ਤੇ ਆਮ ਮੁਨਾਫੇ ਲਈ ਇੱਕ ਦੂਸਰੇ ਲਈ ਰਾਹ ਵੀ ਨਹੀਂ ਛੱਡਦੇ। ਇਸ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਮੁਨਾਫਾ ਬਾਜ਼ਾਰ 'ਚ ਆਈ ਚੀਜ਼ ਦੀ ਕੀਮਤ ਵਿੱਚ ਛੁਪਿਆ ਹੋਇਆ ਹੈ। ਵਸਤਾਂ ਨੂੰ ਵੇਚੇ ਜਾਣ ਪਿੱਛੋਂ ਮੁਨਾਫਾ ਨਹੀਂ ਹੁੰਦਾ। ਅਸਲ ਵਿੱਚ ਮੁਨਾਫਾ ਵਸਤਾਂ ਜਾਂ ਚੀਜ਼ਾਂ ਬਣਾਉਣ ਦੀ ਪ੍ਰਕਿਰਿਆ ਵਿੱਚੋਂ ਪੈਦਾ ਹੁੰਦਾ ਹੈ। ਇਹ ਇੱਕ ਬਰੀਕ ਭੇਦ ਹੈ ਤੇ ਇੱਕ ਸਵਾਲ ਹੈ। ਇਹ ਸਵਾਲ ਸਾਨੂੰ ਪੈਦਾਵਾਰੀ ਅਮਲ ਦੀ ਖੋਜ ਪੜਤਾਲ ਲਈ ਅੱਗੇ ਤੋਰਦਾ ਹੈ ਕਿ ਵਾਕਿਆ ਹੀ ਪੈਦਾਵਾਰੀ ਅਮਲ ਜਾਂ ਪ੍ਰਕਿਰਿਆ ਦਾ ਕੋਈ ਅਜਿਹਾ ਪੱਖ ਵੀ ਹੈ ਜਿਹੜਾ ਵਸਤਾਂ ਨੂੰ ਪੈਦਾ ਕਰਨ ਤੇ ਜੋ ਅਸਲ ਲਾਗਤ ਆਈ ਹੈ ਉਸ 'ਚ ਛੁਪਿਆ ਹੋਇਆ ਹੈ। ਵਸਤੂ ਨੂੰ ਬਣਾਉਣ ਤੇ ਜੋ ਅਸਲ ਲਾਗਤ ਆਈ ਹੈ, ਕੀ ਉਹ ਉਸ ਅਸਲ ਲਾਗਤ ਨਾਲੋਂ ਵਸਤੂ ਜ਼ਿਆਦਾ ਮੁੱਲ ਜਾਂ ਕੀਮਤ ਰੱਖਦੀ ਹੈ? ਇਸ ਪ੍ਰਸ਼ਨ ਦੇ ਉੱਤਰ ਵਜੋਂ
सब तो पहला ये जानना जरूरी है कि मुल ਜਾਂ कीमत ਦੇ ਕੀ अर्थ ਹੁੰਦੇ ਹਨ। आम भाषा 'ਚ ਅਸੀਂ कीमत ਦੇ ਦੋ ਵੱਖੋ ਵੱਖਰੇ मतलब ਕੱਢਦੇ ਹਾਂ। ਕਿਸੇ ਲਈ कीमत ਵਸਤੂ ਦੀ ਵਰਤੋਂ ਵਿੱਚ ਵੀ ਹੋ ਸਕਦੀ ਹੈ, ਜਿਵੇਂ ਕਿ ਪਿਆਸੇ ਲਈ ਪਾਣੀ ਦਾ ਆਪਣਾ ਮੁੱਲ ਹੈ, ਤੇ ਕਿਸੇ ਲਈ ਕੋਈ ਖਾਸ ਚੀਜ਼ ਭਾਵੁਕਤਾ ਦਾ ਮੁੱਲ ਵੀ ਰੱਖਦੀ ਹੈ। ਪਰ ਇੱਥੇ ਆਮ ਵਰਤੋਂ 'ਚ ਆਉਣ ਵਾਲੀ ਵਸਤੂ ਦੀ ਕੀਮਤ ਜਾਂ ਮੁੱਲ ਦਾ ਅਰਥ ਸਮਝਣਾ ਹੈ। ਉਹ ਕੀਮਤ ਜਿਸ ਤੇ ਚੀਜ਼ ਨੂੰ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ ਤੇ ਵਸਤੂ ਨੂੰ ਵੇਚਣ ਵਾਲੇ ਵੱਲੋਂ ਖਰੀਦਦਾਰ ਤੋਂ ਵਸੂਲੀ ਇਹ ਕੀਮਤ ਵਟਾਂਦਰਾ ਕੀਮਤ ਵਜੋਂ ਜਾਣੀ ਜਾਂਦੀ ਹੈ। ਸਰਮਾਏਦਾਰੀ ਸਮਾਜਿਕ ਢਾਂਚੇ 'ਚ ਇਹ ਵੀ ਸੱਚ ਹੈ ਕਿ ਕੁਝ ਖਾਸ ਖਰੀਦਦਾਰਾਂ ਲਈ ਕੁਝ ਵਿਸ਼ੇਸ਼ ਕਿਸਮ ਦੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ਅਤੇ ਲਾਜ਼ਮੀ ਤੌਰ 'ਤੇ ਇਹਨਾਂ ਦਾ ਮੁੱਲ ਵੀ ਵਿਸ਼ੇਸ਼ ਹੁੰਦਾ ਹੈ। ਪਰ ਮਾਰਕਸ ਦਾ ਧਿਆਨ ਸਧਾਰਨ ਸਰਮਾਏਦਾਰੀ ਪੈਦਾਵਾਰ 'ਤੇ ਸੀ। ਜਿਸ ਸਰਮਾਏਦਾਰੀ ਸਮਾਜਿਕ ਪ੍ਰਬੰਧ ਹੇਠ ਬਾਜ਼ਾਰ ਖਾਤਰ ਹਰ ਪ੍ਰਕਾਰ ਦੀਆਂ ਵਸਤਾਂ ਦੇ ਲੱਖਾਂ ਟਨ ਪੈਦਾ ਕੀਤੇ ਜਾਂਦੇ ਹਨ, ਇਹ ਵਸਤਾਂ ਹਰ ਖਰੀਦਦਾਰ ਦੀ ਖਾਤਰ ਹੋਣ ਤੇ ਉਸ ਨੂੰ ਮੁਹੱਈਆ ਵੀ ਹੋਣ। ਇਸ ਤੋਂ ਅੱਗੇ ਸਵਾਲ ਉੱਠਦਾ ਹੈ ਕਿ ਵਸਤਾਂ ਨੂੰ ਬਾਜ਼ਾਰ ਵਿੱਚ ਵੇਚਣ ਸਮੇਂ ਆਮ ਤੌਰ 'ਤੇ ਉਹਨਾਂ ਬਦਲੇ ਮੁੱਲ ਕਿਵੇਂ ਮਿਲਦਾ ਹੈ, ਇਹ ਵੀ ਇੱਕ ਪ੍ਰਸ਼ਨ ਹੈ। ਉਦਾਹਰਣ ਦੇ ਤੌਰ 'ਤੇ ਇੱਕ ਗਜ ਕੱਪੜੇ ਦਾ ਵਟਾਂਦਰਾ ਮੁੱਲ ਸੂਈ ਨਾਲੋਂ ਕਿਉਂ ਜ਼ਿਆਦਾ ਹੈ, ਇਹ ਵੀ ਇੱਕ ਪ੍ਰਸ਼ਨ ਹੈ। ਇਸ ਸਵਾਲ ਦੇ ਉੱਤਰ ਵਜੋਂ ਕਿਹਾ ਜਾ ਸਕਦਾ ਹੈ ਕਿ ਕੱਪੜੇ ਦਾ ਮੁੱਲ ਸੂਈ ਨਾਲੋਂ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਕੱਪੜਾ ਬੁਣਨ ਵਿੱਚ ਮਨੁੱਖੀ ਕਿਰਤ ਸ਼ਕਤੀ ਅਤੇ ਸਮਾਂ ਵਧੇਰੇ ਲੱਗਾ। ਚੀਜ਼ਾਂ ਦੇ ਬਦਲੇ 'ਚ ਉਸ ਦਾ ਮੁੱਲ ਪੈਸੇ ਦੇ ਰੂਪ 'ਚ ਮਾਪਿਆ ਜਾਂਦਾ ਹੈ। ਆਮ ਤੌਰ 'ਤੇ ਵਸਤਾਂ ਇੱਕ ਨਿਸ਼ਚਿਤ ਮੁੱਲ ਦੀਆਂ ਧਾਰਨੀ ਹੁੰਦੀਆਂ ਹਨ। ਮਾਰਕਸ ਆਖਦਾ ਹੈ ਕਿ ਵਸਤਾਂ ਦੀ ਆਪਸੀ ਤੁਲਨਾ ਤਾਂ ਹੀ ਹੁੰਦੀ ਹੈ ਜੇਕਰ ਉਹਨਾਂ ਦੇ ਵਿੱਚ ਕੋਈ ਸਾਂਝਾਪਨ ਹੋਵੇ। ਕਿਸੇ ਵਸਤ 'ਚ ਦੂਜੀ ਨਾਲੋਂ ਕੁਝ ਜ਼ਿਆਦਾ ਹੋ ਸਕਦਾ ਹੈ, ਕੁਝ ਵਿੱਚ ਘੱਟ, ਪਰ ਇਹ ਤੁਲਨਾ ਹਮੇਸ਼ਾ ਹੀ ਸਾਂਝੇਪਨ ਨਾਲ ਹੀ ਕੀਤੀ ਜਾ ਸਕਦੀ ਹੈ। ਇਹ ਵਸਤਾਂ ਦਾ ਸਾਂਝਾ ਪਹਿਲੂ ਆਮ ਤੌਰ 'ਤੇ ਵਜ਼ਨ, ਉਹਨਾਂ ਦੇ ਰੂਪ, ਰੰਗ ਜਾਂ ਸ਼ਕਲ ਅਤੇ ਆਕਾਰ ਵਜੋਂ ਹੋਣਾ ਲਾਜ਼ਮੀ ਹੈ। ਮਨੁੱਖੀ ਜੀਵਨ ਲਈ ਵਰਤੋਂ ਆਉਣ ਵਾਲੀਆਂ ਵਸਤਾਂ ਜਿਵੇਂ ਕਿ ਜ਼ਰੂਰੀ ਖਾਦ ਪਦਾਰਥਾਂ ਦੇ ਮੁਕਾਬਲੇ ਕੀਮਤ ਮੋਟਰ ਕਾਰਾਂ ਨਾਲੋਂ ਘੱਟ ਹੁੰਦੀ ਹੈ ਕਿਉਂਕਿ ਇਹਨਾਂ ਦੀ ਤੁਲਨਾ ਆਪਸ ਵਿੱਚ ਨਹੀਂ ਹੋ ਸਕਦੀ ਕਿਉਂਕਿ ਇਹਨਾਂ 'ਚ ਕੋਈ ਵੀ ਸਾਂਝਾਪਨ ਨਹੀਂ ਹੈ। ਸਾਰੀਆਂ ਵਸਤਾਂ 'ਚ ਇੱਕੋ ਇੱਕ ਸਾਂਝਾ ਪਹਿਲੂ ਇਹ ਹੈ ਕਿ ਇਹਨਾਂ ਦਾ ਉਤਪਾਦਨ ਮਨੁੱਖੀ ਮਿਹਨਤ ਰਾਹੀਂ ਹੁੰਦਾ ਹੈ। ਉਸ ਵਸਤੂ ਦਾ ਮੁੱਲ ਜ਼ਿਆਦਾ ਹੋਵੇਗਾ ਜਿਸ ਦੇ ਬਣਾਉਣ 'ਚ ਮਨੁੱਖੀ ਮਿਹਨਤ ਵਧੇਰੇ ਅਤੇ ਵਧੇਰੇ ਸਮਾਂ ਲੱਗਾ ਹੈ। ਕਿਸੇ ਵੀ ਵਸਤੂ ਦਾ ਬਦਲੇ ਵਿੱਚ ਮੁੱਲ ਉਸ ਨੂੰ ਬਣਾਉਣ 'ਚ ਲੱਗੇ ਸਮੇਂ ਅਤੇ ਮਿਹਨਤ ਰਾਹੀਂ ਤੈਅ ਕੀਤਾ ਜਾਂਦਾ ਹੈ। ਕਿਸੇ ਵੀ ਚੀਜ਼ ਨੂੰ ਪੈਦਾ ਕਰਨ ਜਾਂ ਬਣਾਉਣ ਲਈ ਮਿਹਨਤ ਤੇ ਸਮਾਂ ਲੱਗਦਾ ਹੈ। ਇਸ ਵਿੱਚ ਕੱਚੇ ਮਾਲ ਦੀ ਲਾਗਤ ਅਤੇ ਚੀਜ਼ ਨੂੰ ਬਣਾਉਣ ਲਈ ਮਿਹਨਤ ਅਤੇ ਨਿਸ਼ਚਿਤ ਸਮਾਂ ਨਿਰਧਾਰਤ ਕੀਤਾ ਜਾਂਦਾ ਹੈ। ਜੇਕਰ ਸਰਮਾਏਦਾਰੀ ਸਮਾਜਿਕ ਪ੍ਰਬੰਧ 'ਚ ਵਸਤਾਂ ਦਾ ਮੁੱਲ ਤੈਅ ਕਰਨ ਲਈ ਆਮ ਆਧਾਰ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਵਰਕਰਾਂ ਦੀ ਮਿਹਨਤ ਦੇ ਬਦਲੇ ਤਨਖਾਹਾਂ ਨੂੰ ਕਿਵੇਂ ਤੈਅ ਕੀਤਾ ਜਾਂਦਾ ਹੈ। ਅੱਗੇ ਚੱਲ ਕੇ ਮਾਰਕਸ ਇਸ ਸਵਾਲ ਨੂੰ
ਉਸੇ ਤਰ੍ਹਾਂ ਸੰਖੇਪ ਅਤੇ ਸਰਲ ਕਰਕੇ ਅੱਗੇ ਰੱਖਦਾ ਹੈ ਕਿ ਮਨੁੱਖੀ ਕਿਰਤ ਸ਼ਕਤੀ ਨਾਲ ਕੀਤੀ ਪੈਦਾਵਾਰ ਕਰਨ ਵਿੱਚ ਖਪਤ ਹੋਣ ਵਾਲੇ ਕਿਰਤ ਸਮੇਂ ਦਾ ਕੀ ਅਰਥ ਹੈ। ਇਹ ਸਮਾਂ ਅਤੇ ਮਿਹਨਤ ਖਰਚ ਕੇ ਮਨੁੱਖੀ ਜੀਵਨ ਲਈ ਜ਼ਰੂਰੀ ਵਸਤਾਂ ਜਿਵੇਂ ਖਾਣ ਪੀਣ ਪਹਿਨਣ ਲਈ ਮਕਾਨ ਅਤੇ ਹੋਰ ਚੀਜ਼ਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਕਰਕੇ ਮਜ਼ਦੂਰ ਹਫ਼ਤਾ ਦਹ ਹਫ਼ਤਾ ਕੰਮ 'ਤੇ ਜਾਂਦਾ ਹੈ। ਆਮ ਸਰਮਾਏਦਾਰੀ ਸਮਾਜ ਕਿਰਤੀ ਦੇ ਪਰਿਵਾਰ ਨੂੰ ਬਣਾਈ ਰੱਖਣ ਵਾਲੀਆਂ ਜ਼ਰੂਰਤਾਂ ਵੀ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ। ਮਜ਼ਦੂਰ ਜੀਵਨ ਨਿਰਵਾਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਆਪਣੇ ਪਰਿਵਾਰ ਨੂੰ ਬਣਾਈ ਰੱਖਣ ਲਈ ਮਿਹਨਤ ਅਤੇ ਸਮੇਂ ਦੇ ਬਦਲੇ ਹੀ ਉਸ ਦਾ ਮੁੱਲ ਨਿਰਧਾਰਿਤ ਹੁੰਦਾ ਹੈ, ਜਿਸ ਨੂੰ ਅੱਗੋਂ ਆਪਣੇ ਸਮੇਂ ਅਤੇ ਕਿਰਤ ਸ਼ਕਤੀ ਨੂੰ ਤਨਖਾਹ ਲਈ ਸਰਮਾਏਦਾਰਾਂ ਨੂੰ ਵੇਚਦਾ ਹੈ, ਜਿਸ ਨਾਲ ਉਸਨੇ ਆਪਣਾ ਜੀਵਨ ਨਿਰਵਾਹ ਚਲਾਉਣਾ ਹੈ ਅਤੇ ਆਪਣੇ ਪਰਿਵਾਰ ਨੂੰ ਬਣਾਈ ਰੱਖਣਾ ਹੈ। ਪਰ ਆਧੁਨਿਕ ਸਰਮਾਏਦਾਰੀ ਸਮਾਜ 'ਚ ਮਜ਼ਦੂਰ ਮਿਹਨਤ ਦੀ ਸ਼ਕਤੀ ਨੂੰ ਬਣਾਈ ਰੱਖਣ ਲਈ ਜਿਸ ਸ਼ਕਤੀ ਦੀ ਵਰਤੋਂ ਕਰਕੇ ਉਸਨੇ ਜੀਵਨ ਨਿਰਵਾਹ ਕਰਨਾ ਹੈ, ਉਸੇ ਕਿਰਤ ਸ਼ਕਤੀ ਅਤੇ ਸਮੇਂ ਨੂੰ ਬਰਕਰਾਰ ਰੱਖਣ ਲਈ ਹੋ ਸਕਦਾ ਹੈ ਦਿਨ 'ਚ 4 ਘੰਟੇ ਹੀ ਮਿਲਣ, ਪਰ ਉਸ ਦੇ ਕੰਮ ਕਰਨ ਦੇ ਘੰਟੇ ਦਿਨ 'ਚ 8 ਜਾਂ 10 ਵੀ ਹੋ ਸਕਦੇ ਹਨ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਮਜ਼ਦੂਰ ਦਿਨ 'ਚ 8 ਜਾਂ 10 ਘੰਟੇ ਕੰਮ ਕਰਕੇ ਆਪਣੀ ਤਨਖਾਹ ਦੇ ਬਰਾਬਰ ਪੈਦਾਵਾਰ ਕਰਦਾ ਹੈ ਜਾਂ ਉਹ ਆਪਣੀ ਤਨਖਾਹ ਤੋਂ ਵੱਧ ਪੈਦਾਵਾਰ ਕਰਦਾ ਹੈ। ਇਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ ਕਿ ਉਹ ਦਿਨ ਦੇ ਪਹਿਲੇ 4 ਘੰਟੇ 'ਚ ਤਨਖਾਹ ਦੇ ਬਰਾਬਰ ਦੀ ਪੈਦਾਵਾਰ ਕਰ ਲੈਂਦਾ ਹੈ। ਦਿਨ ਦੇ ਬਾਕੀ ਘੰਟੇ ਉਹ ਵਾਧੂ ਕੀਮਤ ਦੀ ਪੈਦਾਵਾਰ ਕਰ ਰਿਹਾ ਹੁੰਦਾ ਹੈ। ਇਸ ਵਾਧੂ ਕੀਮਤ ਦੀ ਪੈਦਾਵਾਰ ਨੂੰ ਕਾਰਖਾਨੇ ਜਾਂ ਕੰਪਨੀ ਦਾ ਮਾਲਕ ਮੁਨਾਫੇ ਵਜੋਂ ਵਰਤਦਾ ਹੈ। ਸਰਮਾਏਦਾਰ ਦਾ ਮੁਨਾਫੇ ਕਮਾਉਣ ਦਾ ਇਹੋ ਵਸੀਲਾ ਵੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਜ਼ਦੂਰ ਆਪਣੇ ਰੋਜ਼ਗਾਰ ਅਤੇ ਜੀਵਨ ਨਿਰਵਾਹ ਖਾਤਰ ਆਪਣੀ ਤਨਖਾਹ ਤੋਂ ਵੱਧ ਮੁੱਲ ਦੀ ਪੈਦਾਵਾਰ ਕਾਰਖਾਨੇ ਜਾਂ ਕੰਪਨੀ ਦੇ ਮਾਲਕ ਲਈ ਕਰਦਾ ਹੈ। ਇਸ ਦੇ ਬਦਲੇ 'ਚ ਉਸ ਨੂੰ ਤਨਖਾਹ ਮਿਲਦੀ ਹੈ ਅਤੇ ਸਰਮਾਏਦਾਰ ਮਾਲਕ ਨੂੰ ਵਾਧੂ ਉਹਦੀ ਕੀਤੀ ਪੈਦਾਵਾਰ 'ਚੋਂ ਮੁਨਾਫਾ। ਮਜ਼ਦੂਰ ਦੀ ਤਨਖਾਹ ਤੋਂ ਵਾਧੂ ਕੀਮਤ ਦੀ ਪੈਦਾਵਾਰ ਦੀ ਖੋਜ ਪੜਤਾਲ ਬਾਰੇ ਮਾਰਕਸ ਦੀ ਇਸ ਟਿੱਪਣੀ ਨੂੰ ਕਈ ਹੋਰ ਢੁਕਵੇਂ ਤਰੀਕਿਆਂ ਨਾਲ ਸਿੱਧ ਕੀਤਾ ਜਾ ਸਕਦਾ ਹੈ, ਜਿਵੇਂ ਕਿ ਇਹਨਾਂ ਚੀਜ਼ਾਂ ਦੀ ਬਜ਼ਾਰੂ ਕੀਮਤਾਂ ਅਤੇ ਤਨਖਾਹਾਂ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਣ ਲਈ ਹੋਰ ਵਿਸਤਾਰ 'ਚ ਜਾਣ ਲਈ ਸਾਨੂੰ ਹੋਰ ਸਮੇਂ ਦੀ ਜ਼ਰੂਰਤ ਪਵੇਗੀ। ਪਰ ਇੱਥੇ ਉਸਦੇ ਕੁਝ ਆਮ ਨੁਕਤਿਆਂ 'ਤੇ ਨਿਗਾਹ ਜ਼ਰੂਰ ਫੇਰੀ ਜਾ ਸਕਦੀ ਹੈ, ਜਿਵੇਂ ਕਿ ਸ਼ਬਦ ਵਟਾਂਦਰਾ ਮੁੱਲ ਵਿਸ਼ੇਸ਼ ਤੌਰ 'ਤੇ ਵਰਤਿਆ ਗਿਆ ਹੈ, ਕਿਉਂਕਿ ਇਹ ਸਾਰੇ ਅਧਿਐਨ ਦਾ ਬੁਨਿਆਦੀ ਧੁਰਾ ਵੀ ਹੈ। ਅਸਲ ਜ਼ਿੰਦਗੀ 'ਚ ਕਦੇ ਵੀ ਵਸਤਾਂ ਦੀ ਵਿਕਰੀ ਕੇਵਲ ਉਹਨਾਂ ਦੇ ਵਟਾਂਦਰਾ ਮੁੱਲ 'ਤੇ ਨਹੀਂ ਕੀਤੀ ਜਾਂਦੀ, ਭਾਵੇਂ ਉਹ ਪਦਾਰਥਕ ਵਸਤਾਂ ਹੋਣ ਜਾਂ ਮਨੁੱਖੀ ਕਿਰਤ ਸ਼ਕਤੀ ਨਾਲ ਪੈਦਾਵਾਰ ਦੇ ਰੂਪ 'ਚ ਵਸਤਾਂ ਬਾਜ਼ਾਰ ਵਿੱਚ ਲਿਆ ਕੇ ਇੱਕ ਮੁੱਲ 'ਤੇ ਵੇਚੀਆਂ ਜਾਂਦੀਆਂ ਹੋਣ। ਬਾਜ਼ਾਰ ਦੀਆਂ ਕੀਮਤਾਂ ਚੀਜ਼ਾਂ ਦੇ ਸਹੀ ਵਟਾਂਦਰਾ ਮੁੱਲ ਦਾ ਭਾਵ ਹੈ ਚੀਜ਼ਾਂ ਬਦਲੇ ਉਹਨਾਂ ਦੀ ਰੁਪਏ ਪੈਸੇ 'ਚ ਕੀਮਤ ਤੈਅ ਕਰਨਾ।
पर ਇਹ ਉੱਪਰ ਥੱਲੇ ਵੀ ਹੋ ਸਕਦੀ ਹੈ। ਇੱਥੇ ਚੀਜ਼ਾਂ ਦੀਆਂ ਕੀਮਤਾਂ ਦਾ ਇੱਕ ਹੋਰ ਪਹਿਲੂ ਵੀ ਹੈ। ਜੇਕਰ ਚੀਜ਼ਾਂ ਦੀ ਬਾਜ਼ਾਰ ਵਿੱਚ ਤੋਟ ਆ ਜਾਵੇ ਤਾਂ ਇਹਨਾਂ ਦੀ ਕੀਮਤ ਵਟਾਂਦਰਾ ਮੁੱਲ ਤੋਂ ਉੱਪਰ ਵੀ ਜਾ ਸਕਦੀ ਹੈ। ਧਿਆਨਯੋਗ ਇਹ ਵੀ ਹੈ ਕਿ ਚੀਜ਼ਾਂ ਦੀ ਮੰਗ ਅਤੇ ਸਪਲਾਈ ਦਾ ਇਹ ਪਾੜਾ ਵਸਤਾਂ ਦੀ ਕੀਮਤਾਂ 'ਚ ਉਤਰਾਅ ਚੜ੍ਹਾਅ ਲਿਆਉਂਦਾ ਹੈ ਅਤੇ ਇਸ ਨੂੰ ਪ੍ਰਭਾਵਿਤ ਕਰਦਾ ਹੈ। ਇਹਨਾਂ ਕੀਮਤਾਂ ਦੇ ਉਤਰਾਅ ਚੜ੍ਹਾਅ ਸਦਕਾ ਹੀ ਕਈ ਸਰਮਾਏਦਾਰੀ ਅਰਥ ਸ਼ਾਸਤਰੀ ਇਸ ਮੱਤ ਦੇ ਧਾਰਨੀ ਬਣਦੇ ਹਨ ਜਾਂ ਹੁੰਦੇ ਹਨ। ਉਹ ਵਸਤਾਂ ਦੀ ਮੰਗ ਅਤੇ ਪੂਰਤੀ ਨੂੰ ਹੀ ਕੀਮਤਾਂ ਦੇ ਉਤਰਾਅ ਚੜ੍ਹਾਅ ਨੂੰ ਤੈਅ ਕਰਨ ਵਾਲਾ ਸਿਰਫ ਇਕਲੌਤਾ ਕਾਰਨ ਮੰਨਦੇ ਹਨ। ਪਰ ਇੱਥੇ ਸਪਸ਼ਟ ਕਰਨਾ ਬਣਦਾ ਹੈ ਕਿ ਵਸਤਾਂ ਦੀ ਮੰਗ ਅਤੇ ਪੂਰਤੀ ਕਾਰਨ ਕੀਮਤਾਂ ਦਾ ਵਾਧਾ ਘਾਟਾ ਇੱਕ ਨਿਸ਼ਚਿਤ ਪੱਧਰ ਤੱਕ ਹੀ ਹੋ ਸਕਦਾ ਹੈ। ਵਸਤਾਂ ਦੀ ਕੀਮਤ ਦਾ ਵਾਧਾ ਘਾਟਾ ਭਾਵੇਂ ਇੱਕ ਪੈਨੀ ਜਾਂ ਸੈਂਕੜੇ ਪਾਉਂਡਾਂ ਦਾ ਕਿਉਂ ਨਾ ਹੋਵੇ, ਇਹ ਚੀਜ਼ਾਂ ਦੀ ਮੰਗ ਅਤੇ ਪੂਰਤੀ ਤੈਅ ਨਹੀਂ ਕਰਦੀ। ਸਗੋਂ ਵਸਤਾਂ ਦੇ ਬਣਾਉਣ ਜਾਂ ਪੈਦਾਵਾਰ 'ਚ ਲੱਗੀ ਮਿਹਨਤ ਅਤੇ ਸਮੇਂ ਦੇ ਮੁੱਲ ਕਾਰਨ ਚੀਜ਼ਾਂ ਦੀ ਕੀਮਤਾਂ ਦਾ ਵਾਧਾ ਘਾਟਾ ਨਿਰਧਾਰਤ ਹੁੰਦਾ ਹੈ। ਮੁੱਕਦੀ ਗੱਲ ਪੈਦਾਵਾਰ 'ਚ ਲੱਗੀ ਮਿਹਨਤ, ਸ਼ਕਤੀ ਅਤੇ ਸਮਾਂ ਬਣਦਾ ਹੈ ਵਸਤਾਂ ਦੀ ਇੱਕ ਕੀਮਤ। ਇੱਥੇ ਇਹ ਵੀ ਜਾਣਨਾ ਲਾਜ਼ਮੀ ਹੈ ਕਿ ਅਸਲ ਰੂਪ 'ਚ ਦਿੱਤੀ ਜਾਂਦੀ ਤਨਖਾਹ ਭਾਵੇਂ ਚੀਜ਼ਾਂ ਦੀ ਮੰਗ ਅਤੇ ਪੂਰਤੀ ਤੋਂ ਪ੍ਰਭਾਵਿਤ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਚੀਜ਼ਾਂ ਦੀ ਮੰਗ ਬਾਜ਼ਾਰ 'ਚ ਵੱਧਦੀ ਹੈ ਤਾਂ ਲਾਜ਼ਮੀ ਤੌਰ 'ਤੇ ਉਹਨਾਂ ਦੀ ਮੰਗ ਪੂਰੀ ਕਰਨ ਲਈ ਕਿਰਤ ਸ਼ਕਤੀ ਅਤੇ ਸਮਾਂ ਵੀ ਵਾਧੂ ਲੱਗੇਗਾ। ਇਸ ਵਾਧੂ ਕਿਰਤ ਸ਼ਕਤੀ ਅਤੇ ਸਮੇਂ ਦਾ ਮੁਆਵਜ਼ਾ ਵੀ ਮਜ਼ਦੂਰ ਨੂੰ ਦੇਣਾ ਪਵੇਗਾ। ਆਮ ਸਰਮਾਏਦਾਰੀ ਸਮਾਜ ਵਿੱਚ ਮਜ਼ਦੂਰ ਦੀ ਮਿਹਨਤ ਦੇ ਮੁੱਲ ਵਿੱਚ ਉਤਰਾਅ ਚੜ੍ਹਾਅ ਆਉਂਦੇ ਹਨ, ਕਿਉਂਕਿ ਵੱਖੋ ਵੱਖਰੇ ਦਰਜੇ ਦੇ ਮਜ਼ਦੂਰ ਗਰੁੱਪਾਂ ਦੀਆਂ ਜ਼ਰੂਰਤਾਂ ਦੇ ਵਖਰੇਵੇਂ ਹੁੰਦੇ ਹਨ ਅਤੇ ਇਹ ਵਖਰੇਵੇਂ ਸੁਭਾਵਿਕ ਵੀ ਹਨ, ਕਿਉਂਕਿ ਵੱਖੋ ਵੱਖਰੇ ਦਰਜਿਆਂ 'ਤੇ ਕੰਮ ਕਰਦੇ ਕਾਮਿਆਂ ਦੀਆਂ ਤਨਖਾਹਾਂ ਜਾਂ ਕਿਰਤ ਮੁੱਲ ਇੱਕੋ ਜਿਹਾ ਨਹੀਂ ਹੋ ਸਕਦਾ। ਮਿਸਾਲ ਦੇ ਤੌਰ 'ਤੇ 1 ਘੰਟੇ ਦੇ ਕੰਮ ਦਾ ਮੁੱਲ ਗੈਰ ਹੁਨਰਮੰਦ ਜਾਣੀ ਕਿ ਅਨਸਕਿਲਡ ਵਰਕਰ ਨਾਲੋਂ ਘੱਟ ਹੋਵੇਗਾ। ਮਾਰਕਸ ਦਰਸਾਉਂਦਾ ਹੈ ਕਿ ਅਜਿਹੇ ਤਨਖਾਹ ਦੇ ਅੰਤਰ ਨੂੰ ਸਿਰਫ ਉਦੋਂ ਹੀ ਗਿਣਿਆ ਜਾਂਦਾ ਹੈ ਜਦੋਂ ਚੀਜ਼ਾਂ ਨੂੰ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਹੁਨਰਮੰਦ ਕਾਮੇ ਨੇ ਆਮ ਮਜ਼ਦੂਰ ਨਾਲੋਂ 1 ਘੰਟੇ 'ਚ ਕੀ ਜ਼ਿਆਦਾ ਕੀਤਾ। ਤਨਖਾਹ ਦਾ ਇਹ ਵਖਰੇਵਾਂ ਇੱਥੇ ਘੋਖਿਆ ਜਾਵੇਗਾ। ਇਹ ਤਨਖਾਹਾਂ ਦਾ ਵਖਰੇਵਾਂ ਕਿਵੇਂ ਆਉਂਦਾ ਹੈ? ਮਾਰਕਸ ਦਰਸਾਉਂਦਾ ਹੈ ਕਿ ਅਜਿਹੇ ਤਨਖਾਹ ਦੇ ਅੰਤਰ ਨੂੰ ਸਿਰਫ ਉਦੋਂ ਹੀ ਗਿਣਿਆ ਜਾਂਦਾ ਹੈ ਜਦੋਂ ਚੀਜ਼ਾਂ ਨੂੰ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਹੁਨਰਮੰਦ ਸਕਿਲਡ ਕਾਮੇ ਨੇ ਆਮ ਮਜ਼ਦੂਰ ਨਾਲੋਂ 1 ਘੰਟੇ 'ਚ ਕੀ ਜ਼ਿਆਦਾ ਕੀਤਾ। ਉਹਨਾਂ ਦੀਆਂ ਤਨਖਾਹਾਂ ਦਾ ਇਹ ਵਖਰੇਵਾਂ ਇੱਥੇ ਘੋਖਿਆ ਜਾਂਦਾ ਹੈ। ਇਹ ਤਨਖਾਹਾਂ ਦਾ ਵਖਰੇਵਾਂ ਕਿਉਂ ਆਉਂਦਾ ਹੈ? ਮਾਰਕਸ ਦਾ ਉੱਤਰ ਹੈ ਕਿ ਇਹ ਅਜਿਹੇ ਕਿਸੇ ਸਿਧਾਂਤ ਉੱਪਰ ਆਧਾਰਿਤ ਨਹੀਂ ਹੈ ਕਿ ਹੁਨਰਮੰਦੀ ਗੈਰ ਹੁਨਰਮੰਦੀ ਨਾਲੋਂ ਨੈਤਿਕ ਤੌਰ 'ਤੇ ਵਧੀਆ ਹੁੰਦੀ ਹੈ। ਅਸਲ ਵਿੱਚ ਹੁਨਰਮੰਦ ਕਾਮੇ ਦੀ ਤਕਨੀਕੀ ਕਿਰਤ ਸ਼ਕਤੀ
ਦਾ ਮੁੱਲ ਗੈਰ ਹੁਨਰਮੰਦ ਅਨਸਕਿਲਡ ਕਾਮੇ ਨਾਲੋਂ ਜ਼ਿਆਦਾ ਹੁੰਦਾ ਹੈ। ਇੱਥੇ ਇਹ ਸਿੱਧ ਹੋ ਜਾਂਦਾ ਹੈ ਕਿ ਇੱਕ ਘੋੜਾ ਗੱਡੀ ਨਾਲੋਂ ਮੋਟਰ ਕਾਰ ਵੱਧ ਮੁੱਲ ਦੀ ਹੈ, ਕਿਉਂਕਿ ਮੋਟਰ ਕਾਰ ਦੇ ਨਿਰਮਾਣ 'ਤੇ ਜ਼ਿਆਦਾ ਮਨੁੱਖੀ ਤਕਨੀਕ ਸ਼ਕਤੀ ਅਤੇ ਸਮਾਂ ਲੱਗਦਾ ਹੈ। ਕਾਮੇ ਨੂੰ ਹੁਨਰਮੰਦ ਬਣਾਉਣ ਲਈ ਉਸ ਦੀ ਸਿਖਲਾਈ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅਤੇ ਹੁਨਰਮੰਦੀ ਬਣਾਈ ਰੱਖਣ ਲਈ ਉਸ ਦੇ ਜੀਵਨ ਨਿਰਵਾਹ ਦੇ ਢੰਗਾਂ 'ਚ ਵਧੇਰੇ ਮਿਹਨਤ ਅਤੇ ਸਮਾਂ ਸ਼ਾਮਲ ਹੁੰਦਾ ਹੈ। ਅਗਲੇਰੇ ਭਾਗ ਵਿੱਚ ਅਸੀਂ ਸਰਮਾਏਦਾਰੀ ਮਾਲਕਾਂ ਦੇ ਮੁਨਾਫਾ ਕਮਾਉਣ ਦੇ ਵਸੀਲਿਆਂ ਜਾਂ ਸਾਧਨਾਂ 'ਤੇ ਚਰਚਾ ਕਰਾਂਗੇ। ਤਦ ਤੱਕ ਲਈ ਧੰਨਵਾਦ ਦੋਸਤੋ।